ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਭਾਰਤੀ ਕੁਸ਼ਤੀ ਮਹਾਸੰਘ ਯਾਨੀ ਵਰਲਡ ਰੈਸਲਿੰਗ ਫੈਡਰੇਸ਼ਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਘੱਟ ਤੇ ਵਿਵਾਦਾਂ 'ਚ ਜ਼ਿਆਦਾ ਰਿਹਾ, ਜਿਸ ਦਾ ਕਾਰਨ ਸੀ ਭਾਰਤੀ ਕੌਮਾਂਤਰੀ ਪਹਿਲਵਾਨਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਤੇ ਲਾਇਆ ਧਰਨਾ। ਕੌਮਾਂਤਰੀ ਪਹਿਲਵਾਨਾਂ ਨੇ ਫੈਡਰੇਸ਼ਨ ਪ੍ਰਧਾਨ ਤੇ ਗੰਭੀਰ ਇਲਜ਼ਾਮ ਲਾਏ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। ਮਾਮਲੇ ਤੇ ਜੰਮ ਕੇ ਸਿਆਸਤ ਵੀ ਹੋਈ, ਪਰ 21 ਜਨਵਰੀ ਨੂੰ ਖਿਡਾਰੀਆਂ ਨੇ ਧਰਨਾ ਖਤਮ ਕਰ ਦਿੱਤਾ। ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਪ੍ਰਧਾਨ ਵਰਸਸ ਪਹਿਲਵਾਨ 'ਚ ਅਸੀਂ ਜਾਣਾਂਗੇ ਕਿ ਆਖਿਰ ਭਾਰਤੀ ਸਟਾਰ ਪਹਿਲਵਾਨਾਂ ਨੂੰ ਧਰਨੇ ਪ੍ਰਦਰਸ਼ਨਾਂ ਦੀ ਲੋੜ ਕਿਉਂ ਪਈ ਤੇ ਉਹ ਕਿਹੜੇ ਇਲਜ਼ਾਮ ਸੀ ਕਿ ਖਿਡਾਰੀਆਂ ਨੇ ਫੈਡਰੇਸ਼ਨ ਪ੍ਰਧਾਨ ਦਾ ਅਸਤੀਫਾ ਤੱਕ ਮੰਗ ਲਿਆ। ओलंपिक च मैडल जेतू कई रैसलरां ने दिल्ली च कुश्ती महासंघ के प्रधान खिलाफ हल्ला बोलिया ते विनेश फोगाट सने कई पहलवान 18 जनवरी नूं अचानक धरने ते बैठ गए। दिल्ली के जंतर मंतर च कौमांतरी पहलवानां दा धरना प्रदर्शन 3 दिन तक जारी रहा। ਧਰਨੇ ਤੇ ਬੈਠੇ 올림픽 ਮੈਡਲ ਜੇਤੂ ਪਹਿਲਵਾਨਾਂ ਨੇ ਪਹਿਲਾਂ ਖੇਡਾਂ 'ਚ ਆਪਣਾ ਲੋਹਾ ਨਿਭਾਇਆ, ਵਿਰੋਧੀਆਂ ਨੂੰ ਚਿੱਤ ਕੀਤਾ, ਟਰਾਫੀਆਂ ਮੈਡਲ ਜਿੱਤੇ। ਪਰ ਹੁਣ ਉਹੀ ਪਹਿਲਵਾਨ ਸੜਕਾਂ ਤੇ ਬੈਠਣ ਨੂੰ ਮਜਬੂਰ ਹੋ ਗਏ। ਖਿਡਾਰੀਆਂ ਨੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਦਿੱਲੀ ਦੇ ਜੰਤਰ ਮੰਤਰ ਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨਾ ਦੇਣ ਵਾਲੇ ਪਹਿਲਵਾਨਾਂ 'ਚ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਸ਼ਾਮਿਲ ਸੀ। ਨਾਮੀ ਸਟਾਰ ਖਿਡਾਰੀ ਧਰਨੇ ਤੇ ਬੈਠੇ ਤਾਂ ਮੀਡੀਆ ਸਣੇ ਸਿਆਸੀ ਗਲਿਆਰਿਆਂ 'ਚ ਹੜਕੰਪ ਮਚ ਗਿਆ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਿਰ ਇਹਨਾਂ ਸਟਾਰ ਪਲੇਅਰਾਂ ਨੂੰ ਧਰਨੇ ਤੇ ਕਿਉਂ ਬੈਠਣਾ ਪਿਆ ਤੇ ਆਖਿਰਕਾਰ ਰੈਸਲਰਾਂ ਨੇ ਇਸ ਭੇਦ ਤੋਂ ਪਰਦਾ ਚੁੱਕਿਆ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਤੇ ਮਹਿਲਾ ਖਿਡਾਰਨਾਂ ਨਾਲ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾ ਦਿੱਤੇ। ਮਹਿਲਾ ਰੈਸਲਰ ਵਿਨੇਸ਼ ਫੋਗਾਟ ਨੇ ਤਾਂ ਬ੍ਰਿਜ ਭੂਸ਼ਣ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਅਤੇ ਪੂਰੇ ਕੁਸ਼ਤੀ ਸੰਘ ਨੂੰ ਬਦਲਣ ਦੀ ਮੰਗ ਕੀਤੀ। सीधे तौर पर जिन्होंने गुनाह किया उनको सजा मिलनी चाहिए और उनको अपने पद से इस्तीफा देना चाहिए। तो कब तक आप बैठे रहेंगे यहाँ पर? जब तक ये हमारी मांगे जो है पूरी नहीं हो जाती। हम अपना ओलंपिक्स हमारा आ रहा है, इस साल हमारे क्वालिफिकेशन है, एशियन गेम्स हैं, अगर उन सबको छोड़ के अगर हम अपना कैरियर दांव पे लगाकर इधर बैठे हैं तो कोई छोटी मोटी बात तो है नहीं। अगर घर के कमरे में या बंद कमरे में एक बात सुलझ जाती तो वो सब हमने सब ट्राई करके देख लिया, इतने सालों में कुछ नहीं हुआ, सिर्फ मेंटली टॉर्चर के सिवा हमें कुछ नहीं मिला। उसके बदले में पार्टिसिपेट नहीं करेंगे आप? किसी गेम में नहीं जाएंगे। जितने भी हम एथलीट हैं, जितने भी एथलीट आएंगे, कोई भी किसी गेम में पार्टिसिपेट नहीं करेगा। साथ ऐसा सेक्सुअल हैरेसमेंट बहुत हुआ है, बहुत हुआ है। 10 से 20 कहानियां तो मेरे को पता है जो मेरे को सुनाई गई है सामने बिठा के। नाम मैं नहीं ले सकती ऐसे किसी का भी, जो सामने नहीं आएंगे किसी को भी तो मैं किसी का नाम लेके मैं उनकी लाइफ को डेंजर में नहीं डाल सकती। कोच पर भी आरोप है जी, बहुत कोच हैं, बहुत कोच हैं, रेफरी हैं, कोच हैं, जो भी इनके लोग हैं, बहुत कोच हैं जी जो कर रहे हैं सब। ਮਾਮਲਾ ਸਿਰਫ ਇੱਥੇ ਹੀ ਨਹੀਂ ਰੁਕਿਆ। ਰੈਸਲਰਾਂ ਨੇ ਮੰਗਾਂ ਨਾ ਮੰਨੇ ਜਾਣ ਤੇ ਕਿਸੇ ਵੀ ਕੁਸ਼ਤੀ ਮੁਕਾਬਲੇ 'ਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਨੇ ਬ੍ਰਿਜ ਭੂਸ਼ਣ ਤੇ ਜਿਨਸੀ ਸ਼ੋਸ਼ਣ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਵੀ ਲਾਏ। ਧਰਨੇ ਤੇ ਬੈਠੇ ਖਿਡਾਰੀ ਬ੍ਰਿਜ ਭੂਸ਼ਣ ਦੇ ਅਸਤੀਫੇ ਦੀ ਮੰਗ ਤੇ ਅੜੇ ਰਹੇ। मुख्य मांग क्या है? मुख्य मांग यही है कि रेसलिंग फेडरेशन को हटाया जाए और नीचे तक के जो अधिकारी है सबको हटा के एक नई फेडरेशन का निर्माण होना चाहिए। कि जो नीचे से गंदगी शुरू हुई है या जो नीचे से ही खराब है सब हट के एक फ्रेश स्टार्ट होनी चाहिए कि हमारे आने वाले जो रेसलर्स हैं उनका भविष्य खराब में ना जाए। सरकार से बात के लिए कोई बात हो पाई है? वो हम करेंगे बात, वो हम अपने PM सर से और गृह मंत्री सर से बात करेंगे, उनके आगे और हमारी खुल के बात रखेंगे। और ਧਰਨਾਕਾਰੀ ਖਿਡਾਰੀਆਂ ਨੂੰ ਬਾਕੀ ਖਿਡਾਰੀਆਂ ਦਾ ਸਾਥ ਵੀ ਮਿਲਿਆ। ਗੀਤਾ ਫੋਗਾਟ ਅਤੇ ਬਿਬੀਤਾ ਫੋਗਾਟ ਸਣੇ ਕਈ ਪਹਿਲਵਾਨਾਂ ਨੇ ਟਵੀਟ ਕਰਕੇ ਬ੍ਰਿਜ ਭੂਸ਼ਣ ਖਿਲਾਫ ਆਵਾਜ਼ ਬੁਲੰਦ ਕੀਤੀ, ਜਦਕਿ ਬਜਰੰਗ ਪੂਨੀਆ ਵੀ ਮਹਿਲਾ ਪਹਿਲਵਾਨਾਂ ਨਾਲ ਧਰਨੇ ਤੇ ਬੈਠੇ ਅਤੇ ਫੈਡਰੇਸ਼ਨ ਪ੍ਰਧਾਨ ਤੇ ਮਨਮਾਨੀਆਂ ਦੇ ਇਲਜ਼ਾਮ ਲਾਏ। ਬਜਰੰਗ ਪੂਨੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਫੈਡਰੇਸ਼ਨ ਨੂੰ ਮਿਲ ਰਹੇ ਸਰਕਾਰੀ ਫੰਡਾਂ 'ਚ ਵੀ ਵੱਡੇ ਪੱਧਰ ਤੇ ਤਾਂਦਲੀ ਕੀਤੀ ਜਾ ਰਹੀ ਹੈ। और कोई छोटी चीज नहीं है, क्योंकि लड़कियों की सबकी इज्जतदार घर से है और हमारी बहन बेटियां अगर सुरक्षित नहीं है तो हम उसको कैसे सहेंगे। तो सर अध्यक्ष पद को से हटाने की मांग है? बिल्कुल हमारी यही है, फेडरेशन में बदलाव हो। हमारी मांग सर ये भी बात कही गई कि बहुत ज्यादा घोटाला हो रहा है, भ्रष्टाचार हो रहा है। बिल्कुल, जो हेल्प जो ऊपर से हेल्प मिल रही है खिलाड़ियों को वो पहुँच ही नहीं रही, तो वो घोटाला ही हो रहा है।
ਹਾਲਾਂਕਿ ਇਲਜ਼ਾਮ ਵੱਡੇ ਸੀ, ਪਰ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਨੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਅਤੇ ਇੱਕ ਵੀ ਮਹਿਲਾ ਖਿਡਾਰੀ ਨੂੰ ਸਾਹਮਣੇ ਆਉਣ ਦਾ ਚੈलेंज ਕੀਤਾ। सबसे बड़ा जो आरोप विनेश ने लगाया है, क्या सामने कोई है? मैं कहना चाहता हूं कि सामने कोई है कि जो कह दे कि फेडरेशन ने कभी किसी खिलाड़ी का शोषण किया हो। क्या सामने नहीं होना चाहिए? कोई सामने तो होना चाहिए, कोई तो होना चाहिए सामने कि सांसद जी ने, ब्रजभूषण सिंह जी ने, फेडरेशन के जो अध्यक्ष हैं, उन्होंने फला खिलाड़ी का शोषण किया है। सामने होना चाहिए, नहीं होना चाहिए। ਇਲਜ਼ਾਮ ਵੱਡੇ ਅਤੇ ਮਾਮਲਾ ਬੇहद ਗੰਭੀਰ ਸੀ, ਪਰ ਬ੍ਰਿਜ ਭੂਸ਼ਣ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਜਦਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ 72 ਘੰਟਿਆਂ ਲਈ ਨੋਟਿਸ ਜਾਰੀ ਕਰ ਦਿੱਤਾ ਅਤੇ ਰਿਪੋर्ट सौंपण ਦੇ ਹੁਕਮ ਦਿੱਤੇ। जो आरोप लगे हैं, मैं तो यही कहूँगा खिलाड़ियों ने जो आरोप लगाए वो गंभीर किस्म के हैं और उसका संज्ञान लेते हुए भारत सरकार ने, खेल मंत्रालय ने तुरंत कार्रवाई करते हुए रेसलिंग फेडरेशन ऑफ इंडिया को नोटिस भी दिया, 72 घंटे के अंदर जवाब भी मांगा है। ਤਾਂ ਸਰਕਾਰ ਨੇ ਨੋਟਿਸ ਜਾਰੀ ਕੀਤਾ, ਪਰ ਖਿਡਾਰੀ ਨੋਟਿਸ ਤੋਂ ਸੰਤੁਸ਼ਟ ਨਹੀਂ ਸੀ। 18 ਜਨਵਰੀ ਨੂੰ ਦਿਨ ਭਰ ਖਿਡਾਰੀਆਂ ਦਾ ਧਰਨਾ ਜਾਰੀ ਰਿਹਾ ਅਤੇ ਸਰਕਾਰ ਤੇ ਠੋਸ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦਿਆਂ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਣ ਦਾ ਐਲਾਨ ਕੀਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਭਾਰਤੀ ਕੌਮਾਂਤਰੀ ਪਹਿਲਵਾਨਾਂ ਦਾ 18 ਜਨਵਰੀ ਨੂੰ ਲਾਇਆ ਧਰਨਾ 24 ਘੰਟੇ ਦਾ ਹੋ ਚੁੱਕਿਆ ਸੀ, ਪਰ ਇਸ ਦੇ ਬਾਵਜੂਦ ਵੀ ਖਿਡਾਰੀ ਫੈਡਰੇਸ਼ਨ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਤੇ ਲਗਾਤਾਰ ਅੜੇ ਹੋਏ ਸੀ। ਹਾਲਾਂਕਿ ਇਸ ਦੌਰਾਨ ਖੇਡ ਮੰਤਰੀ ਤੇ ਧਰਨਾਕਾਰੀ ਪਹਿਲਵਾਨਾਂ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਜਾਰੀ ਰਿਹਾ। ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖਿਲਾਫ ਭਾਰਤ ਦੇ ਨਾਮੀ ਪਹਿਲਵਾਨਾਂ ਵੱਲੋਂ ਦੂਜੇ ਦਿਨ ਵੀ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਖਿਡਾਰੀਆਂ ਦਾ ਇਲਜ਼ਾਮ ਸੀ ਕਿ ਧਰਨੇ ਦੇ ਦੂਜੇ ਦਿਨ ਵੀ ਉਹਨਾਂ ਨੂੰ ਸੰਤੁਸ਼ਟ ਜਵਾਬ ਨਹੀਂ ਮਿਲਿਆ। ਇਸ ਵਿਚਾਲੇ ਧਰਨੇ ਦਾ ਸਮਰਥਨ ਕਰਨ ਵਾਲੇ ਅਤੇ ਕਥਿਤ ਪੀੜਤ ਲਗਾਤਾਰ ਧਰਨੇ ਦੇ ਹੱਕ 'ਚ ਨਿੱਤਰ ਰਹੇ ਸੀ। ਧਰਨਾਕਾਰੀਆਂ ਨੇ 19 ਜਨਵਰੀ ਨੂੰ ਦਾਅਵਾ ਕੀਤਾ ਕਿ ਪਹਿਲਾਂ ਉਹਨਾਂ ਨਾਲ 1-2 ਖਿਡਾਰਨਾਂ ਸਨ, ਪਰ ਹੁਣ ਉਹਨਾਂ ਨਾਲ 5 ਤੋਂ 6 ਖਿਡਾਰਨਾਂ ਨੇ, ਜਿਨ੍ਹਾਂ ਕੋਲ ਬਕਾਇਦਾ ਫੈਡਰੇਸ਼ਨ ਪ੍ਰਧਾਨ ਖਿਲਾਫ ਸਬੂਤ ਵੀ ਮੌਜੂਦ ਨੇ। ਹਾਲਾਂਕਿ ਉਹਨਾਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਚੱਲ ਰਹੀਆਂ ਇਹਨਾਂ ਖਿਡਾਰਨਾਂ ਦੇ ਨਾਮ ਜਨਤਕ ਨਾ ਕਰਨ ਦਾ ਐਲਾਨ ਕੀਤਾ। आप सबको पता है कि हम खिलाड़ियों के लिए एक एक दिन 100 साल के बराबर होता है। आज दूसरा दिन भी खत्म होने को जा रहा है, लेकिन अनफॉर्चुनेटली बोले या हमारा दुर्भाग्य मान लीजिए, हम खिलाड़ियों का दुर्भाग्य मान लीजिए कि अभी तक हमें एक संतुष्ट जवाब नहीं मिला है। तो हम उसका वेट कर रहे हैं और आप सब लोग भी यहाँ पे उसी का वेट कर रहे हैं कि फाइनल डिसीजन कब आएगा। क्योंकि जो हमने इल्जाम लगाए हैं वो इल्जाम हमने लगाए इसीलिए हैं क्योंकि वो सत्य थे। और आज कल हम जैसे बोल रहे थे कि हमारे पास 1-2 लड़कियां हैं जिनके साथ उन्होंने किया है, क्योंकि आज हमारे पास 5 से 6 लड़कियां आ गई हैं, विद प्रूफ है हमारे पास में, उनके साथ में जो हुआ है। हमें मजबूर ना किया जाए सबके सामने आने के लिए। हम सब आत्मसम्मान को अपने बचाने के लिए लड़ाई लड़ रहे हैं। हम लड़कियों का आत्मसम्मान सबसे ज्यादा जरूरी है। हिंदुस्तान की बेटियां हैं हम। ਹਾਲਾਂਕਿ ਪ੍ਰਦਰਸ਼ਨ ਫੈਡਰੇਸ਼ਨ ਪ੍ਰਧਾਨ ਦੇ ਅਸਤੀਫੇ ਦੀ ਮੰਗ ਤੋਂ ਸ਼ੁਰੂ ਹੋਇਆ ਸੀ, ਪਰ ਬਾਅਦ 'ਚ ਪ੍ਰਦਰਸ਼ਨਕਾਰੀਆਂ ਨੇ ਪੂਰੀ ਵਰਲਡ ਰੈਸਲਿੰਗ ਫੈਡਰੇਸ਼ਨ ਨੂੰ ਬੰਦ ਕਰਨ ਦੀ ਮੰਗ ਕੀਤੀ ਅਤੇ ਫੈਡਰੇਸ਼ਨ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਵੀ ਲਗਾਏ। ਖਿਡਾਰੀਆਂ ਦਾ ਤਰਕ ਸੀ ਕਿ ਫੈਡਰੇਸ਼ਨ ਅੰਦਰ ਬ੍ਰਿਜ ਭੂਸ਼ਣ ਦੇ ਹੀ ਹਮਾਇਤੀ ਬੈਠੇ ਨੇ। हम इस्तीफा ना चाहते हुए फेडरेशन को भंग करना चाहते हैं, क्योंकि जो स्टेट की जो संघ है, कुश्ती संघ जो स्टेटों के हैं, उनमें भी सभी उन्हीं के लोग बैठे हैं जो उन्हीं के इशारे पे काम करते हैं। तो हम इस्तीफा नहीं चाहते, हम फेडरेशन को भंग करना चाहते हैं। हमारी यही मांग है। ਇਸ ਵਿਚਾਲੇ ਭਾਰਤੀ ਖਿਡਾਰੀਆਂ ਦੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਨੂੰ ਮੁਲਾਕਾਤ ਹੋਈ, ਜੋ ਪੂਰੀ ਤਰ੍ਹਾਂ ਬੇਸਿੱਟਾ ਰਹੀ। ਵੀਰਵਾਰ 19 ਜਨਵਰੀ ਨੂੰ ਦੇਰ ਰਾਤ ਸ਼ੁਰੂ ਹੋਈ ਮੀਟਿੰਗ ਸ਼ੁੱਕਰਵਾਰ ਸਵੇਰੇ ਕਰੀਬ 1:30 ਵਜੇ ਤੱਕ ਚੱਲੀ ਅਤੇ ਕੋਈ ਸਿੱਟਾ ਨਾ ਨਿਕਲਣ ਮਗਰੋਂ
ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਰਵੀ ਦਹੀਆ ਅਤੇ ਦੀਪਕ ਪੂਨੀਆ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਇੱਕ ਪੱਤਰ ਲਿਖਿਆ, ਜਿਸ 'ਚ ਉਹਨਾਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਖਿਲਾਫ ਸ਼ਿਕਾਇਤ ਕੀਤੀ। ਹਾਲਾਂਕਿ ਇਸ ਵਿਚਾਲੇ ਬ੍ਰਿਜ ਭੂਸ਼ਣ ਨੇ ਇੱਕ ਵਾਰ ਫਿਰ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਖਿਡਾਰੀਆਂ ਦੀ ਦਇਆ ਤੇ ਨਹੀਂ ਸਗੋਂ ਲੋਕਾਂ ਦੀਆਂ ਵੋਟਾਂ ਨਾਲ ਇਸ ਅਹੁਦੇ ਤੱਕ ਪਹੁੰਚੇ ਨੇ। मैं जो है किसी की दया पर नहीं यहाँ पर बैठा हूँ, मैं चुना हुआ अध्यक्ष हूँ जनता के द्वारा। ਪ੍ਰਦਰਸ਼ਨਕਾਰੀ ਕੇਂਦਰੀ ਖੇਡ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ WFI ਨੂੰ ਭੰਗ ਕਰਨ ਦੀ ਮੰਗ ਤੋਂ ਪਿੱਛੇ ਹਟਣ ਤੋਂ ਤਿਆਰ ਨਹੀਂ ਸੀ। ਉਧਰ ਪੱਤਰ ਤੋਂ ਬਾਅਦ ਭਾਰਤੀ ਓਲੰਪਿਕ ਐਸੋਸੀਏਸ਼ਨ ਹਰਕਤ 'ਚ ਆਇਆ ਅਤੇ ਬ੍ਰਿਜ ਭੂਸ਼ਣ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਲਈ 7 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ। ਓਲੰਪਿਕ ਤਗਮਾ ਜੇਤੂ ਮੁੱਕੇਬਾਜ਼ MC ਮੈਰੀ ਕਾਮ ਨੂੰ ਜਾਂਚ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਜਦਕਿ ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ, ਪਹਿਲਵਾਨ ਯੋਗੇਸ਼ਵਰ ਦੱਤ, तीरंदाज डोना बैनर्जी आदि भी इस कमेटी च शामिल किए गए। महिला यौन शोषण का ये बड़ा गंभीर मसला है और हमारी 7 सदस्यीय कमेटी भारतीय ओलंपिक संघ में जो हमारी अध्यक्ष पीटी उषा जी उन्होंने 7 सदस्यीय कमेटी का गठन किया है, जिसकी अध्यक्ष ओलंपिक मेडलिस्ट और वर्ल्ड चैंपियन मेरी कॉम जी हैं, उपाध्यक्ष भी अशोक रघुनंदा जी हैं, सहदेव जी हैं जो हमारे ओलंपिक संघ के ट्रेजरर हैं, 2 इसमें वकील भी हैं। इसकी जांच की जाए किस तरीके से हम खिलाड़ियों को जिनके साथ यौन शोषण है उसको न्याय दिला सके। उनसे पूछिए कि क्या दिखते हैं। और मेरा खुद का ही मानना है, अगर मैं इस कमेटी में नहीं भी होता या इस ओलंपिक संघ का मैं हिस्सा नहीं होता, तब भी 3 दिन से मैं एक ही बात बोल रहा हूँ कि हम किसी भी मुद्दे को, किसी भी जो भी हमारी दिखते हैं उस पर हम बातचीत करके बीच का रास्ता निकल सकता है। पर जो ये आरोप लगाया है सेक्सुअल हरासमेंट का, इसमें बीच का रास्ता नहीं होता। इसमें अगर ये चीजें हुई हैं तो उसकी जांच होनी चाहिए, आरोपी को सजा मिलनी चाहिए। इसमें कभी भी ये कंप्रोमाइज नहीं कर सकते। अगर कंप्रोमाइज करेंगे तो उसकी दिक्कतें बड़ी होती है। और अगर आरोप लगे हैं और आप ये झूठे हैं तो क्यों लगाए हैं, मकसद क्या है लगाने का। खैर दोवां पासिਆਂ ਤੋਂ ਇੱਕ ਦੂਜੇ ਤੇ ਇਲਜ਼ਾਮਾਂ ਦਾ ਦੌਰ ਜਾਰੀ ਰਿਹਾ। ਖਿਡਾਰੀ ਫੈਡਰੇਸ਼ਨ ਪ੍ਰਧਾਨ ਦੇ ਅਸਤੀਫੇ ਅਤੇ ਫੈਡਰੇਸ਼ਨ ਨੂੰ ਬੰਦ ਕਰਨ ਦੀ ਮੰਗ ਤੇ ਅੜੇ ਸੀ, ਜਦਕਿ ਬ੍ਰਿਜ ਭੂਸ਼ਣ ਖੁਦ ਨੂੰ ਪਾਕ ਸਾਫ਼ ਦੱਸ ਰਹੇ ਸੀ। ਮੀਟਿੰਗਾਂ ਦਾ ਦੌਰ ਜਾਰੀ ਸੀ, ਪਰ ਮਸਲਾ ਕਿਸੇ ਪਾਸੇ ਵੀ ਲੱਗਦਾ ਨਜ਼ਰ ਨਹੀਂ ਸੀ ਆ ਰਿਹਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਭਾਰਤੀ ਪਹਿਲਵਾਨਾਂ ਤੇ ਫੈਡਰੇਸ਼ਨ ਪ੍ਰਧਾਨ ਵਿਚਾਲੇ ਵਿਵਾਦ ਰੁਕਣ ਦਾ ਨਾਮ ਨਹੀਂ ਸੀ ਲੈ ਰਿਹਾ। ਲੰਮੀਆਂ ਬੈਠਕਾਂ ਹੋ ਚੁੱਕੀਆਂ ਸੀ, ਪਰ ਮਸਲਾ ਕਿਸੇ ਤਣ ਪੱਤਣ ਲੱਗਦਾ ਨਜ਼ਰ ਨਹੀਂ ਆਉਂਦਾ ਸੀ। ਇਸੇ ਵਿਚਾਲੇ ਸ਼ਨੀਵਾਰ 21 ਜਨਵਰੀ ਨੂੰ ਪਹਿਲਵਾਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। ਭਾਰਤ ਲਈ ਓਲੰਪਿਕ ਸਣੇ ਕੌਮਾਂਤਰੀ ਮੁਕਾਬਲੇ 'ਚ ਮੈਡਲ ਜਿੱਤਣ ਵਾਲੇ ਅਤੇ ਨਾਮਣਾ ਖੱਟਣ ਵਾਲੇ ਖਿਡਾਰੀ ਕਰੀਬ 3 ਦਿਨਾਂ ਤੋਂ ਜੰਤਰ ਮੰਤਰ ਤੇ ਬੈਠੇ ਸੀ। ਮੀਟਿੰਗਾਂ, ਬਿਆਨਬਾਜ਼ੀਆਂ, ਵਾਰ ਪਲਟਵਾਰ, ਦਾਅਵੇ ਸਭ ਕੁਝ ਨਾਲੋਂ ਨਾਲ ਚੱਲ ਰਿਹਾ ਸੀ। ਪ੍ਰਦਰਸ਼ਨਕਾਰੀਆਂ ਤੇ ਖੇਡ ਮੰਤਰੀ ਅਨੁਰਾਗ ਠਾਕੁਰ ਵਿਚਾਲੇ ਵੀਰਵਾਰ ਦੇਰ ਰਾਤ ਸ਼ੁਰੂ ਹੋਈ ਮੀਟਿੰਗ ਬੇਸਿੱਟਾ ਰਹੀ ਸੀ, ਪਰ ਇਸ ਵਿਚਾਲੇ ਇੱਕ ਵਾਰ ਫਿਰ ਤੋਂ ਖੇਡ ਮੰਤਰੀ ਅਤੇ ਖਿਡਾਰੀਆਂ ਵਿਚਾਲੇ ਮੀਟਿੰਗ ਹੋਈ, ਜਿੱਥੇ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਖਿਡਾਰੀਆਂ ਨੇ ਧਰਨਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਖੇਡ ਮੰਤਰੀ ਨੇ ਇਸ ਦੌਰਾਨ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਣ ਦਾ ਐਲਾਨ ਵੀ ਕੀਤਾ। जो मांगे यहाँ पर रखी गई उस पर सबने आम सहमति बनाते हुए तय किया है कि एक ओवरसाइट कमेटी का गठन किया जाएगा, जिसके नामों की घोषणा कल कर दी जाएगी। अगले 4 हफ्तों के अंदर अपनी जांच को पूरा करेंगे। जो भी गंभीर आरोप किसी भी तरह के, चाहे फाइनेंशियल हो, सेक्सुअल हरासमेंट के हो या बाकी हो, जो भी कहेंगे इनके सबकी गहराई तक जाएंगे, जांच भी करेंगे और जो निर्णय बाकी करने की आवश्यकता होगी वो भी करने का काम करेंगे।
21 ਜਨਵਰੀ ਨੂੰ ਦੇਰ ਰਾਤ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਕਮੇਟੀ ਆਪਣੀ ਜਾਂਚ ਮੁਕੰਮਲ ਨਹੀਂ ਕਰਦੀ ਉਦੋਂ ਤੱਕ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਹੁਦੇ ਤੇ ਨਹੀਂ ਰਹਿਣਗੇ ਅਤੇ ਅਹੁਦੇ ਤੋਂ ਪਾਸੇ ਰਹਿੰਦਿਆਂ ਜਾਂਚ 'ਚ ਸਹਿਯੋਗ ਕਰਨਗੇ। जब तक ये जांच पूरी नहीं हो जाती, जैसा मैंने कहा कि 4 हफ्तों में हम इसको करने का काम करेंगे, तो एक कमेटी तब तक दैनिक कार्यकलाप को देखेगी, डे टू डे वर्किंग को, और तब तक भारतीय कुश्ती संघ के अध्यक्ष श्री ब्रिजभूषण जी वो अपने आप को स्टेप असाइड करेंगे, दैनिक कार्यकलाप से अलग रखेंगे और जांच में सहयोग करें। उधर धरने 'ਚ शामिल ਪਹਿਲਵਾਨ ਬਜਰੰਗ ਪੂਨੀਆ ਨੇ ਮੀਟਿੰਗ ਤੋਂ ਬਾਅਦ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਖੇਡ ਮੰਤਰੀ ਨੇ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ ਅਤੇ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੇ ਧਰਨਾ ਖਤਮ ਕਰਨ ਦਾ ਐਲਾਨ ਕਰ ਦਿੱਤਾ। हमें उम्मीद है कि इसमें आप हमेशा खिलाड़ियों के साथ खड़े रहेंगे, हमेशा उनकी जो जांच में जो 100% अच्छे से उसकी जांच करवाएंगे, निष्पक्ष जांच होगी उसकी। और आप सभी मीडिया कर्मियों का भी मैं धन्यवाद करता हूं कि आप सब ने हमारा 3 दिन जितना साथ दिया, क्योंकि आपके सहयोग की हमें सबसे ज़्यादा ज़रूरत थी। तो यही है कि हम अभी खिलाड़ी प्रोटेस्ट को बंद कर रहे हैं, क्योंकि हमें सरकार ने आश्वासन दिया कि आपके साथ न्याय होगा। तो हमें सरकार के ऊपर पूरा विश्वास है, मंत्री जी के ऊपर पूरा विश्वास है कि हमें न्याय मिलेगा। ਇਸ ਵਿਚਾਲੇ ਭਾਰਤ ਸਰਕਾਰ ਨੇ ਵਰਲਡ ਰੈਸਲਿੰਗ ਫੈਡਰੇਸ਼ਨ ਨੂੰ ਅਗਲੇ ਹੁਕਮਾਂ ਤੱਕ ਸਾਰੀਆਂ ਗਤੀਵਿਧੀਆਂ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾਉਣ ਦੇ ਹੁਕਮ ਤਾਂ ਦਿੱਤੇ ਹੀ ਨਾਲ ਹੀ ਵਰਲਡ ਰੈਸਲਿੰਗ ਫੈਡਰੇਸ਼ਨ ਦੇ ਅਸਿਸਟੈਂਟ ਸਕੱਤਰ ਵਿਨੋਦ ਤੋਮਰ ਨੂੰ ਵੀ ਅਹੁਦੇ ਤੋਂ ਸਸਪੈਂਡ ਕਰ ਦਿੱਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਤੇ ਇਲਜ਼ਾਮ ਲਾਏ ਤਾਂ ਵਿਵਾਦ ਦੇਖਦੇ ਹੀ ਦੇਖਦੇ ਤੂਲ ਫੜ ਗਿਆ। ਪਰ ਇਹ ਕੋਈ ਪਹਿਲਾ ਮੌਕਾ ਨਹੀਂ ਸੀ ਜਦੋਂ ਬ੍ਰਿਜ ਭੂਸ਼ਣ ਵਿਵਾਦਾਂ ਹੇਠ ਆਏ ਹੋਣ। ਕੌਣ ਦੇ ਬ੍ਰਿਜ ਭੂਸ਼ਣ ਤੇ ਸਮੇਂ-ਸਮੇਂ ਤੇ ਕਿਹੜੇ ਵਿਵਾਦ ਉਹਨਾਂ ਦੇ ਨਾਲ ਜੁੜੇ ਰਹੇ, ਇਸ ਖਾਸ ਰਿਪੋਰਟ 'ਚ ਦਿਖਾਉਣੇ ਆ। WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਦੀ ਗਿਣਤੀ ਦਬਦਬੇ ਵਾਲੇ ਆਗੂਆਂ 'ਚ ਕੀਤੀ ਜਾਂਦੀ ਹੈ। ਬ੍ਰਿਜ ਭੂਸ਼ਣ ਗੋਂਡਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਤੇ ਕੈਸਰਗੰਜ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨੇ। ਬ੍ਰਿਜ ਭੂਸ਼ਣ ਸਿੰਘ ਹੁਣ ਤੱਕ 3 ਵਾਰ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣੇ ਗਏ ਨੇ। ਇਸ ਦੌਰਾਨ ਕਈ ਵਿਵਾਦਾਂ ਨਾਲ ਬ੍ਰਿਜ ਭੂਸ਼ਣ ਦਾ ਨਾਤਾ ਰਿਹਾ ਹੈ। ਹਾਲ ਹੀ 'ਚ ਝਾਰਖੰਡ 'ਚ ਅੰਡਰ 19 ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਦੌਰਾਨ ਸਟੇਜ ਤੇ ਹੀ ਬ੍ਰਿਜ ਭੂਸ਼ਣ ਨੇ ਇੱਕ ਪਹਿਲਵਾਨ ਨੂੰ ਥੱਪੜ ਮਾਰ ਦਿੱਤਾ ਸੀ ਜਦੋਂ ਖਿਡਾਰੀ ਮੰਚ ਤੇ ਚੜ੍ਹ ਆਇਆ ਸੀ। ਦਰਅਸਲ ਇਹ ਚੈਂਪੀਅਨਸ਼ਿਪ 15 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਲਈ ਸੀ ਅਤੇ ਇੱਕ ਖਿਡਾਰੀ ਇਸ ਤੋਂ ਥੋੜਾ ਵੱਡਾ ਸੀ, ਜਿਸ ਕਾਰਨ ਪ੍ਰਬੰਧਕਾਂ ਨੇ ਉਸ ਨੂੰ ਮੁਕਾਬਲੇ ਵਿੱਚ ਹਿੱਸਾ ਨਾ ਲੈਣ ਦਿੱਤਾ ਅਤੇ ਇਹ ਖਿਡਾਰੀ ਇਸ ਦੀ ਸ਼ਿਕਾਇਤ ਕਰਨ ਮੰਚ ਤੇ ਚੜ੍ਹ ਗਿਆ। ਇਸ ਤੋਂ ਇਲਾਵਾ ਬ੍ਰਿਜ ਭੂਸ਼ਣ ਸਿੰਘ ਹੀ ਉਹ ਵਿਅਕਤੀ ਨੇ ਜਿਨ੍ਹਾਂ ਨੇ ਕੁਸ਼ਤੀ ਵਿੱਚ ਠੇਕਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। 2018 ਵਿੱਚ ਲਾਗੂ ਇਸ ਪ੍ਰਣਾਲੀ ਤਹਿਤ ਖਿਡਾਰੀਆਂ ਨੂੰ ਵੱਖ-ਵੱਖ ਗ੍ਰੇਡਾਂ 'ਚ ਰੱਖ ਕੇ 1 ਸਾਲ ਦਾ ਠੇਕਾ ਦਿੱਤਾ ਜਾਂਦਾ ਹੈ, ਜਿਸ ਤਹਿਤ ਗ੍ਰੇਡ A ਦੇ ਖਿਡਾਰੀਆਂ ਨੂੰ 30 ਲੱਖ ਰੁਪਏ, ਗ੍ਰੇਡ B ਦੇ ਖਿਡਾਰੀਆਂ ਨੂੰ 20 ਲੱਖ ਰੁਪਏ, ਗ੍ਰੇਡ C ਦੇ ਪਹਿਲਵਾਨਾਂ ਨੂੰ 10 ਲੱਖ ਰੁਪਏ ਅਤੇ ਗ੍ਰੇਡ D ਦੇ ਖਿਡਾਰੀਆਂ ਨੂੰ 5 ਲੱਖ ਰੁਪਏ ਦੇਣ ਦਾ ਪ੍ਰਬੰਧ ਕੀਤਾ ਗਿਆ। ਪਹਿਲੀ ਵਾਰ ਇਸ ਪ੍ਰਣਾਲੀ 'ਚ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਪੂਜਾ ਢਾਂਡਾ ਨੂੰ ਗ੍ਰੇਡ A 'ਚ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਕਈ ਹੋਰ ਸਿਆਸੀ ਵਿਵਾਦ ਵੀ ਬ੍ਰਿਜ ਭੂਸ਼ਣ ਦੇ ਨਾਮ ਨਾਲ ਜੁੜਦੇ ਨੇ ਅਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਤੇ ਭਾਰਤੀ ਮਹਿਲਾ ਪਹਿਲਵਾਨਾਂ ਨੇ ਗੰਭੀਰ ਇਲਜ਼ਾਮ ਲਾਏ ਨੇ, ਜਿਸ ਕਾਰਨ ਬ੍ਰਿਜ ਭੂਸ਼ਣ ਨੂੰ ਜਾਂਚ ਪੂਰੀ ਹੋਣ ਤੱਕ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ। ਖੈਰ, ਜਾਂਚ ਕੀ ਨਿਕਲਦਾ ਹੈ, ਪਹਿਲਵਾਨਾਂ ਦੇ ਇਲਜ਼ਾਮ ਜਾਇਜ਼ ਨੇ ਜਾਂ ਫਿਰ ਨਾਜਾਇਜ਼, ਇਹ ਹੁਣ 1 ਮਹੀਨੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਸਾਡੀ ਖਾਸ ਪੇਸ਼ਕਸ਼ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਧੰਨਵਾਦ।